ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 8ਵੇਂ ਗੇੜ ਦੀ ਬੈਠਕ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਜੇ ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਸਭ ਦੀਆਂ ਨਜ਼ਰਾਂ ਸੁਪਰੀਮ ਕੋਰਟ ਤੇ ਹੈ, ਕਿਉਂਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੈ। ਅਹਿਮ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਉਸ ਨੂੰ ਲੈ ਕੇ ਅਹਿਮ ਸੁਣਵਾਈ ਹੈ। ਬੇਸ਼ੱਕ ਜੇਕਰ ਅਸੀਂ ਸਰਕਾਰ ਦੀ ਗੱਲ ਕਰ ਲਈਏ 8ਵੇਂ ਗੇੜ ਦੀ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲਦਾ ਤੇ ਮੰਤਰੀਆਂ ਤੇ ਕਿਸਾਨਾਂ ਦੇ ਵਿਚਾਲੇ ਜੋ ਬੈਠਕ ਆ ਉਹ ਤਲਖੀ ਭਰੀ ਰਹਿਣ ਤੋਂ ਬਾਅਦ ਇਹ ਕਿਹਾ ਜਾਂਦਾ ਆ ਕਿ ਸੁਪਰੀਮ ਕੋਰਟ ਦੇ ਵਿੱਚ ਚੱਲਦੇ ਆ, ਸੁਪਰੀਮ ਕੋਰਟ ਦੇ ਵਿੱਚ ਆ ਜਾਓ। ਇਹ ਸਰਕਾਰ ਦੇ ਮੰਤਰੀਆਂ ਵੱਲੋਂ ਵਾਰ-ਵਾਰ ਕਿਸਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਤੇ ਵਾਰ-ਵਾਰ ਕਿਸਾਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਲਿਓ। ਲੇਕਿਨ ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰ ਲਈਏ ਜਾਂ ਜੋ ਕਮੇਟੀ ਬਣਾਉਣ ਦੀ ਗੈਰ ਰਸਮੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਸੀ ਤਾਂ ਕਿਸਾਨਾਂ ਵੱਲੋਂ ਗੈਰ ਰਸਮੀ ਕਮੇਟੀ ਤੇ ਸੁਪਰੀਮ ਕੋਰਟ ਵੱਲ ਜਾਣ ਦਾ ਜਿਹੜਾ ਰੁਖ ਸੀ ਉਹ ਕਿਤੇ ਨਾ ਕਿਤੇ ਉਹ ਸੁਝਾਅ ਰੱਦ ਕੀਤੇ ਗਏ ਸੀ। ਲੇਕਿਨ ਅੱਜ ਕਿਸਾਨਾਂ ਦੇ ਜੋ ਵਕੀਲ ਨੇ ਐਡਵੋਕੇਟ HS ਫੁਲਕਾ ਨੇ, ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਐਡਵੋਕੇਟ ਦੁਸ਼ਯੰਤ ਦਵੇ, ਐਡਵੋਕੇਟ ਕੌਲਿਨ ਜੋ ਕਿਸਾਨਾਂ ਦੀ ਪੱਖ ਰੱਖਣਗੇ। ਅੱਜ 11 ਵਜੇ ਸੁਣਵਾਈ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨਾਂ ਦੇ ਜਿਹੜੇ ਪੱਖ ਵਜੋਂ ਪੇਸ਼ ਹੋ ਕੇ ਅੱਜ ਕਿਸਾਨਾਂ ਦਾ ਪੱਖ ਰੱਖਣਗੇ। ਕਿਸਾਨਾਂ ਦੀ ਜੇਕਰ ਗੱਲ ਕਰ ਲਈਏ ਤਾਂ ਅਹਿਮ ਜੋ ਗੱਲ ਹੈ ਇਸ ਵਕਤ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਜੋ ਲੜਾਈ ਇਸ ਵਕਤ ਸਰਕਾਰ ਦੇ ਨਾਲ ਹੈ, ਖੇਤੀ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਹੈ। ਕਿਉਂਕਿ ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ ਤਾਂ ਖੇਤੀ ਕਾਨੂੰਨ ਇਸ ਵਕਤ ਸੰਸਦ ਦੇ ਵਿੱਚ ਸਰਕਾਰ ਨੇ ਬਣਾਏ ਨੇ, ਨਾ ਕਿ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਕੋਈ ਹੱਲ ਹੈ। ਸੋ ਸਰਕਾਰ ਸੰਸਦ ਦੇ ਰਾਹੀਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਸੋ ਲੜਾਈ ਹੈ ਜੋ ਖੇਤੀ ਕਾਨੂੰਨਾਂ ਦੀ ਸੰਸਦ ਦੇ ਵਿੱਚ ਹੋਣੀ ਚਾਹੀਦੀ, ਸੰਸਦ ਦੇ ਵਿੱਚ ਜਾ ਕੇ ਖਤਮ ਹੋਵੇਗੀ, ਸੁਪਰੀਮ ਕੋਰਟ ਦੇ ਵਿੱਚ ਨਹੀਂ ਹੈ। ਖੈਰ ਜੇਕਰ ਅੱਜ ਅਸੀਂ ਗੱਲ ਕਰ ਲਈਏ ਤਾਂ ਅੱਜ ਦੇ ਸੁਣਵਾਈ ਹੈ ਜੋ ਜਸਟਿਸ ਬੋਬੜੇ ਨੇ, ਚੀਫ ਜਸਟਿਸ ਬੋਬੜੇ ਅਰਵਿੰਦ ਸ਼ਰਦ ਬੋਬੜੇ, ਉਹਨਾਂ ਦੀ ਜਿਹੜੀ ਕਿ ਕਮੇਟੀ ਹੈ ਜੋ ਉਹਨਾਂ ਦੀ ਜੋ ਕਮੇਟੀ ਬਣਾਈ ਗਈ ਹੈ, ਬੈਂਚ ਹੈ, ਉਹਨਾਂ ਵੱਲੋਂ ਸੁਣਵਾਈ ਕੀਤੀ ਜਾਊਗੀ। 3 ਮੈਂਬਰੀ ਕਮੇਟੀ ਹੈ। ਪਰ ਜੋ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਕਿਸਾਨਾਂ ਨੂੰ ਲਗਾਤਾਰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨਾਂ ਦੇ ਜੇਕਰ ਅਸੀਂ ਦਾਅ ਪੇਚਾਂ ਦੀ ਗੱਲ ਕਰ ਲਈਏ ਤਾਂ ਸੁਪਰੀਮ ਕੋਰਟ ਦੇ ਜਾਂ ਵਕੀਲਾਂ ਦਾਅ ਪੇਚ ਭਾਰੀ ਪੈਂਦੇ ਹੋਏ ਕਿਤੇ ਨਾ ਕਿਤੇ ਨਜ਼ਰ ਵੀ ਆਉਂਦੇ ਸੀ। ਲੇਕਿਨ ਬੜਾ ਡਟਵਾਂ ਮੁਕਾਬਲਾ ਕਿਸਾਨ ਆਗੂ ਇਹਨਾਂ ਪੈਂਤੜਿਆਂ ਦਾ ਕਰਦੇ ਆਏ ਨੇ ਤੇ ਹੁਣ ਕਿਸਾਨਾਂ ਵੱਲੋਂ ਪੱਖ ਰੱਖੇ ਜਾਣਗੇ, ਕਿਸਾਨਾਂ ਦੇ ਵਕੀਲਾਂ ਵੱਲੋਂ ਪੱਖ ਰੱਖੇ ਜਾਣਗੇ। ਐਡਵੋਕੇਟ HS ਫੁਲਕਾ, ਪ੍ਰਸ਼ਾਂਤ ਭੂਸ਼ਣ, ਦੁਸ਼ਯੰਤ ਦਵੇ, ਕੌਲਿਨ, ਐਡਵੋਕੇਟ ਕੌਲਿਨ ਨੇ ਕਿਸਾਨਾਂ ਦੇ ਵੱਲੋਂ ਅੱਜ ਸੁਪਰੀਮ ਕੋਰਟ ਦੇ ਵਿੱਚ ਪੱਖ ਜਿਹੜਾ ਕਿ ਰੱਖਣਗੇ। 11 ਵਜੇ ਦਾ ਸਮਾਂ ਸੀ ਸੁਣਵਾਈ ਦਾ ਤੇ ਸੁਣਵਾਈ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅਸੀਂ ਸੁਪਰੀਮ ਕੋਰਟ ਦੇ ਬਾਹਰ ਖੜੇ ਹਾਂ, ਕੱਲੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਅੰਦੋਲਨ ਦੀ। ਤੇ ਜੇਕਰ ਅਸੀਂ ਇਸ ਵਕਤ ਗੱਲ ਕਰ ਲਈਏ ਕਿ ਬੈਠਕਾਂ ਦੀ 8ਵੀਂ ਜੋ ਬੈਠਕ ਸੀ, 8ਵੇਂ ਗੇੜ ਦੀ ਬੈਠਕ ਸੀ, ਇਹ ਬੜਾ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਸੀ ਕਿ 8 ਜਨਵਰੀ ਨੂੰ ਬੈਠਕ ਹੈ, ਉਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਨਿਕਲ ਕੇ ਸਾਹਮਣੇ ਆਵੇਗਾ। ਕਿਸਾਨਾਂ ਦੇ ਹੱਕ ਵਿੱਚ ਕੁਝ ਨਾ ਕੁਝ ਜ਼ਰੂਰ ਅਜਿਹਾ ਹੋਵੇਗਾ ਕਿ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਲੇਕਿਨ ਸਰਕਾਰ ਜੋ ਬੈਕਫੁੱਟ ਤੇ ਜਾਂਦੀ ਹੋਈ ਨਜ਼ਰ ਆਉਂਦੀ ਹੈ ਤੇ ਸੁਝਾਅ ਦਿੰਦੀ ਹੈ ਕਿ ਸੁਪਰੀਮ ਕੋਰਟ ਵਿੱਚ ਮਿਲਦੇ ਹਾਂ। ਜੇਕਰ ਅਸੀਂ ਕਿਸਾਨ ਆਗੂਆਂ ਦੀ ਗੱਲ ਕਰ ਲਈਏ ਤਾਂ ਕਿਸਾਨ ਆਗੂ ਸੁਪਰੀਮ ਕੋਰਟ ਤੋਂ ਜਿਹੜਾ ਕਿ ਹੁਣ ਆਪਣੇ ਵਕੀਲ ਭੇਜ ਰਹੇ ਨੇ ਤੇ ਉਹ ਆਪਣੇ ਵਕੀਲਾਂ ਵੱਲੋਂ ਜਿਹੜਾ ਕਿ ਪੱਖ ਪੇਸ਼ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਸੀ ਕਿ ਸਾਡੀ ਲੜਾਈ ਸਰਕਾਰ ਦੇ ਨਾਲ ਹੈ। ਸਰਕਾਰ ਨੇ ਸੰਸਦ ਦੇ ਵਿੱਚ ਗੈਰ ਸੰਵਿਧਾਨਿਕ ਰੂਪ ਦੇ ਨਾਲ ਗੈਰ ਸੰਵਿਧਾਨਿਕ ਕਾਨੂੰਨ ਬਣਾਏ ਨੇ ਤੇ ਸੰਸਦ ਦੇ ਵਿੱਚ ਹੀ ਸਰਕਾਰ ਜਿਹੜਾ ਕਿ ਕਾਨੂੰਨ ਰੱਦ ਕਰੇ ਤੇ ਸਾਡੀ ਲੜਾਈ ਸੰਸਦ ਦੇ ਵਿੱਚ ਹੈ, ਸੁਪਰੀਮ ਕੋਰਟ ਦੇ ਵਿੱਚ ਇਹਦਾ ਹੱਲ ਨਹੀਂ ਹੈ। ਸੋ ਸੁਪਰੀਮ ਕੋਰਟ ਦਾ ਕਿਤੇ ਨਾ ਕਿਤੇ ਮੱਕੜ ਜਾਲ ਵੀ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਆਪਣੇ ਆਪ ਨੂੰ ਬਚਾਉਣ ਦੇ ਲਈ ਵਾਰ-ਵਾਰ ਸੁਪਰੀਮ ਕੋਰਟ ਜਾਣ ਦੀ ਗੱਲ ਕਰਦੀ ਹੈ। ਲੇਕਿਨ ਇਸ ਵਕਤ ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰ ਰਹੀ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਪੱਖ ਨੇ ਜੋ ਵਕੀਲਾਂ ਨੇ ਤਿਆਰੀ ਕੀਤੀ ਹੈ ਉਹ ਪੱਖ ਰੱਖੇ ਜਾਣਗੇ, ਕਿਉਂਕਿ ਦੋ ਵੱਡੀਆਂ ਗੱਲਾਂ ਨੇ। ਇਹ ਜਿਹੜਾ ਕਿ ਖੇਤੀ ਕਾਨੂੰਨ ਬਣਾਏ ਗਏ ਨੇ, ਖੇਤੀਬਾੜੀ ਸਬਜੈਕਟ ਹੈ ਜੋ ਉਹ ਵਿਸ਼ਾ ਆ ਜੋ ਉਹ ਇਸ ਵਕਤ ਸਰਕਾਰ ਦਾ ਨਹੀਂ, ਉਹ ਸੂਬਾ ਸਰਕਾਰਾਂ ਦੇ ਅਧਿਕਾਰ 'ਚ ਆਉਂਦਾ ਆ, ਜਦ ਕਿ ਕੇਂਦਰ ਸਰਕਾਰ ਨੇ ਇਸ 'ਤੇ ਕਾਨੂੰਨ ਬਣਾ ਦਿੱਤਾ ਆ। ਸੋ ਦੂਜੀ ਗੱਲ ਇਹ ਹੈ ਕਿ ਸੰਸਦ ਦੇ ਵਿੱਚ ਕਾਨੂੰਨ ਬਣਾਏ ਗਏ ਨੇ ਖੇਤੀਬਾੜੀ ਕਾਨੂੰਨ ਜੋ ਕਿਤੇ ਨਾ ਕਿਤੇ ਗੈਰ ਸੰਵਿਧਾਨਿਕ ਨੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਪੱਖ ਵਕੀਲਾਂ ਵੱਲੋਂ ਪੇਸ਼ ਕੀਤੇ ਜਾਣਗੇ। ਸੋ ਅਹਿਮ ਜਿਹੜੀ ਕਿ ਇਸ ਵਕਤ ਅਸੀਂ ਕਹਿ ਸਕਦੇ ਹਾਂ ਕਿ ਅਹਿਮ ਸੁਣਵਾਈ ਹੈ ਜੋ ਅੱਜ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਕਿਆਸ ਰਾਈਆਂ ਇਹ ਵੀ ਨੇ ਜਾਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਸੁਣਵਾਈ ਤੋਂ ਬਾਅਦ ਅਗਲੀ ਰੂਪਰੇਖਾ ਤਿਆਰ ਹੋਵੇਗੀ। ਬੇਸ਼ੱਕ ਕਿਸਾਨ ਇਹ ਕਹਿੰਦੇ ਨਜ਼ਰ ਆਏ ਕਿ ਸੁਪਰੀਮ ਕੋਰਟ ਦਾ ਕੋਈ ਫੈਸਲਾ ਮਰਜ਼ੀ ਹੋਵੇ, ਲੇਕਿਨ ਅਸੀਂ ਆਪਣੀਆਂ ਜੋ ਹੱਕੀ ਮੰਗਾਂ ਨੇ ਉਹ ਮਨਾ ਕੇ ਹਟਾਂਗੇ। ਕਿਸੇ ਵੀ ਤਰ੍ਹਾਂ ਦੇ ਕੋਈ ਵੀ ਫੈਸਲੇ ਨੂੰ ਜਿਹੜਾ ਕਿ ਅਸੀਂ ਮੰਨਾਂਗੇ ਨਹੀਂ, ਸਗੋਂ ਜੋ ਅਸੀਂ ਅੰਦੋਲਨ ਕਰ ਰਹੇ ਹਾਂ ਉਹ ਅੰਦੋਲਨ ਤੇ ਡਟੇ ਰਵਾਂਗੇ। ਦੱਸ ਦਈਏ ਕਿ ਇਸ ਵਕਤ ਜੋ ਵੱਡੀ ਨਜ਼ਰਾਂ ਜੋ ਬਣੀਆਂ ਹੋਈਆਂ ਨੇ ਸੁਪਰੀਮ ਕੋਰਟ ਤੇ ਟਿਕੀਆਂ ਹੋਈਆਂ ਨੇ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਖੇਤੀਬਾੜੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਅਤੇ ਅੰਦੋਲਨਕਾਰੀਆਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਤੁਰੰਤ ਹਟਾਉਣ ਦੀ ਮੰਗ ਨੂੰ ਲੈ ਕੇ ਕਈ ਪਟੀਸ਼ਨਾਂ ਜਿਹੜੀਆਂ ਕਿ ਪਾਈਆਂ ਗਈਆਂ ਸੀ ਤੇ ਉਹ ਪਟੀਸ਼ਨਾਂ ਤੇ ਜਿਹੜੀ ਕਿ ਸੁਣਵਾਈ ਅੱਗੇ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਆ ਕਿ ਸਾਡੀਆਂ ਜੋ ਰਣਨੀਤੀਆਂ ਨੇ ਉਹਨਾਂ ਵਿੱਚ ਹਿੰਸਾ ਦਾ ਕੋਈ ਵੀ ਰੂਪ ਨਹੀਂ ਹੈ। ਹਾਲਾਂਕਿ ਸੁਪਰੀਮ ਕੋਰਟ ਦਾ ਵੀ ਇਹੀ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋ ਰਹੀ ਤੇ ਕਿਸਾਨ ਆ ਜੋ ਕਿ ਸ਼ਾਂਤਮਈ ਤਰੀਕੇ ਦੇ ਨਾਲ
प्रदर्शन कर रहे हैं। प्रदर्शन करना उन्होंने हक है। किते ना किते जो पहला एक जवाब कह दिए सुप्रीम कोर्ट का जो सामने आया सी तो किसानों के हक में सी, लेकिन अज 11 जनवरी है तो अज सुनवाई बहुत अहम है। किसानों की जी कि एक वकीलों की एक 4 मैंबरी कमेटी है, जो वकीलों का पैनल है, वो अज शामिल होया आ, अपना पक्ष पेश कर रहा है। तो बड़ा अहम असी कह सकते हैं इस वक्त किसानों के इस वकीलों के इस पैनल नूं कि किस तरीके दे नाल विचार चर्चा की जाए, किस तरीके नाल दलीलां दित्तियां जाणगियां, किस तरीके दे नाल किसानां दे पक्ष ने वो रखे जाणगे। क्योंकि वड्डी गल यह है किसानां दा वार-वार यही कहना है कि साडी लड़ाई आ जो सुप्रीम कोर्ट दे विच नहीं हल होनी, साडी लड़ाई संसद दे विच ही हल होनी है। क्योंकि संसद दे विच गैर संविधानक तरीके दे नाल खेती कानून लिआंदे गए, उत्थे पास किए गए, तो उस तो बाद जेकर हुण खेती कानून रद्द करन दी गल करदे आ तो संसद दे विच ही होणगे। सरकार नूं चाहीदा आ कि खेती कानून रद्द करने के लिए एक स्पैशल इजलास बुलावे, सरकार वो कानून रद्द करे तो जिस तो बाद साडा अंदोलन समाप्त होवेगा। वार वार एक शब्द वरत्या जा रहा है कि गैर संविधानिक तरीके दे नाल खेती कानून बनाए गए ने, विरोधियों तो वोटिंग नहीं करवाई जाती है। दोष लगते नज़र आते हैं कि विरोधियों तो बिना संविधान जो संसद के विच ये गैर संविधानिक तरीके दे नाल खेती कानून लागू करके माफ़ करना जोड़ा कि पास किए जाते हैं, तो किते ना किते चुनौती वड्डी खड़ी करते हैं सरकार के लिए। तो सरकार अपने आप को बचाने के लिए इस वक्त सुप्रीम कोर्ट का रुख किया होया सरकार ने। सो पटीशनां लगातार पैंदियां नज़र आईयां, जो चुनौतियां बनदियां नज़र आईयां। लेकिन जेकर किसानों की गल कर लगे तो किसानों का वार वार यही कहना आ कि खेती कानून ने जो सबजैक्ट खेतीबाड़ी सबजैक्ट है जो सूबा सरकारां दे अधिकार खोए जा रहे हैं, सूबा सरकारां दे हक्कां नूं खोया जा रहा है। सो उन्हां नूं लैके साडी संसद दे विच लड़ाई है। तस्वीरां तुहानूं एक बार दिखाउने सुप्रीम कोर्ट दियां, तुसीं देख सकते हो कि असीं इस वक्त सुप्रीम कोर्ट के बाहर खड़े हाँ, तो सुनवाई है जिहड़ी कि 11 बजे का समा आ, सुनवाई का 11 बजे समा सी, सुनवाई शुरू हो चुकी है। तो असीं इस वक्त जेकर गल कर लईए कि वकीलों की गल कर लईए तो HS फुलका, प्रशांत भूषण, दुष्यंत दवे ते कॉलिन एडवोकेट कॉलिन वालों किसानों का पक्ष जिहड़ा कि रखा जा रहा है, अंदर रखा जा रहा है। तो देखना यह है किस तरीके दे नाल ये जो 8 जनवरी की बैठक तो बाद 11 जनवरी बड़ी अहम मनी जा रही है। तो अज किस तरीके दे नाल किसान दलील पेश करनगे, किसानों का जो पक्ष वकील ने वो किस तरीके दे नाल अपने पक्ष पेश करनगे, किवें ये जस्टिफाई करने की गल है कि सूबा सरकारां दे जो अधिकार है जिसनूं इस वक्त केंद्र सरकार ने उलंघना की है, तो गैर संविधानिक तरीके दे नाल जिहड़ा कि खेती कानून बनाए गए ने वो किस तरीके नाल दलील दी जाएगी, तो किवें जिहड़ा कि अपना असीं कह सकते हैं कि किसानों के पक्ष नूं मजबूत किया जाएगा। सो सुनवाई जिहड़ी कि जारी है। तो वड्डी गल यह है कि 11 इस जनवरी नूं अज की सुप्रीम कोर्ट की जवाब दिंदी है, सुप्रीम कोर्ट का की फैसला आउंदा है, या फिर जेकर गल कर लीए कि अगली बैठक की गल कर लीए तो इस फैसले तो बाद अगली बैठक का की रुख होगा, अगली बैठक के किस तरह विचारिया जाएगा, किस तरीके दे नाल अगली बैठक के विचार चर्चा होगी, किस तरह के नाल मुद्दे रखे जाएंगे, कि किसानों की मंग है जो असल मंग है खेती कानून रद्द करने की सरकार उस पर गौर करती है, या हजे भी सरकार जिते अड़ी हुई है। जिस तरीके नाल बीते दिनी हरियाणा के मुख्यमंत्री मनोहर लाल खट्टर का बयान आउंदा आ कि खेती कानून रद्द नहीं होणगे, वार वार ये गल कही जा रही है खेती कानून रद्द नहीं होणगे, कि वो खेती कानून रद्द करने ते सरकार गल गौर करेगी या फिर खेती कानून रद्द नहीं होणगे। सो हर एक जानकारी तक लै आ रहे हैं। देखना है कि 11 तरीक तो इस फैसले तो बाद 15 जनवरी नूं की निकल के सामने आउंदा आ। ते जो गल करते हैं किसान आगू कि 26 जनवरी तक की तैयारी विधी हुई है, 26 जनवरी नूं ट्रैक्टर परेड करना है। वो ट्रैक्टर परेड किस तरीके नाल होवेगा, ट्रैक्टर परेड दे नाल कितना क दबाव सरकार ते बनेगा, पल पल की खबर तुहाडे तक लैके आवांगे। जुड़े रहो स्पोक्समैन टीवी दे नाल। मैं सुरखाब अपने सहयोगी जसप्रीत दे नाल